welcome to Man Ma'am Classes. I am your teacher Pooja Man here. I hope you all are doing good, fit and fine. हंसते खेलते मुस्कुराते तुसी क्लास अटेंड कर रहे होगे. So we are doing ICSE Board Mathematics Class 5 book is DBE Mathematics 5 Unit 3 Roman numerals. रोमन न्यूमरल्स मतलब रोमन नंबर्स. ਹੁਣ रोमन नंबर्स ਆਪਾਂ क्लास 4 ਚ ਪੜੇ ਹੋਏ ਆ. ਪੜੇ ਹੈ ਨਾ, ਥੋੜਾ ਬਹੁਤਾ ਤੁਹਾਨੂੰ ਯਾਦ ਹੋਏਗਾ. ਚਲੋ ਆਪਾਂ ਕੀ ਕਰਦੇ ਹਾਂ, ਰੋਮਨ ਨਿਊਮਰਲਸ ਨੂੰ ਹੋਰ ਥੋੜਾ ਪੜ੍ਹਦੇ ਹਾਂ. ਅੱਛਾ, ਰੋਮਨ ਨੰਬਰਸ ਹੁੰਦੇ ਕੀ ਹੈ? Roman numerals are a system of writing numbers using letters of Latin alphabet. ਕਿਉਂਕਿ ਇਹ ਰੋਮ ਦੇ ਵਿੱਚ ਇਨਵੈਂਟ ਹੋਏ ਸੀਗੇ, ਇਸ ਕਰਕੇ ਇਹਨਾਂ ਦੀ ਜਿਹੜੀ ਭਾਸ਼ਾ ਕਿਹੜੀ ਹੈ? ਲੈਟਿਨ ਅਲਫਾਬੈਟ ਵਿੱਚ ਯੂਜ਼ ਹੁੰਦੀ ਹੈ. They were used by ancient Romans and are still used today in certain situations. ਲੈਟਿਨ ਅਲਫਾਬੈਟ ਕਿਹੜੇ ਹੈ? A B C D E F G H I ਜੋ ਵੀ ਹੈ ਨਾ, ਉਹ ਕੀ ਹੈ? ਸਾਰੇ ਲੈਟਿਨ ਅਲਫਾਬੈਟ ਹੈ. ਮਤਲਬ ਇੱਥੇ ਗੱਲ ਹੋ ਰਹੀ ਹੈ ਨੰਬਰਸ ਦੀ, ਪਰ ਯੂਜ਼ ਕੀ ਹੋ ਰਹੇ ਆ? ਅਲਫਾਬੈਟਸ. ਸੋ ਇਹ ਕਿਹੜੇ ਆ? ਦੇਖੋ, I ਕਾਦੇ ਲਈ ਯੂਜ਼ ਕਰਦੇ ਆ? 1 ਵਾਸਤੇ. V ਕਿਹਦੇ ਵਾਸਤੇ ਯੂਜ਼ ਕਰਦੇ ਆ? 5 ਵਾਸਤੇ. X ਕਾਦੇ ਵਾਸਤੇ ਯੂਜ਼ ਕਰਦੇ ਆ? 10 ਵਾਸਤੇ. L ਕਾਦੇ ਵਾਸਤੇ ਯੂਜ਼ ਹੋ ਰਿਹਾ? 50 ਵਾਸਤੇ. C ਕਾਦੇ ਵਾਸਤੇ? 100. D 500. M 1000. ਹੁਣ ਅਗਰ ਮੰਨ ਲਓ 2 ਲਿਖਣਾ ਹੈ, I ਲਿਖਾਂਗੇ. 3 ਲਿਖਣਾ I 3 ਲਿਖਾਂਗੇ. ਮਤਲਬ ਇਹ ਕੀ ਸਾਡੇ ਬੇਸਿਕ ਨਿਊਮਰਲ ਹੈਗੇ ਆ. ਇਸ ਤੋਂ ਬਾਅਦ ਕੀ ਕਰਦੇ? ਰਿਪੀਟ ਕਰਕੇ ਆਪਾਂ ਹੋਲ ਨੰਬਰ ਬਣਾਉਂਦੇ ਆ. ਰਿਪੀਟ ਕਰਦੇ ਆ, ਸਬਟ੍ਰੈਕਟ ਕਰਦੇ ਆ ਤੇ ਨਵਾਂ ਨੰਬਰ ਬਣਦਾ ਹੈ. ਹੁਣ ਹਿਸਟਰੀ ਕੀ ਹੈ? Roman numerals originated in ancient Rome around 500 BC. ਹੁਣ BCE ਮਤਲਬ ਕਿ ਦੇਖੋ ਆਪਾਂ ਲੈਨੇ ਆ ਅਰਥ 0 ਤੋਂ, ਜਦੋਂ ਉਹਦੀ ਕਾਊਂਟਿੰਗ ਸ਼ੁਰੂ ਕਰਦੇ ਆ. ਜੋ ਅੱਗੇ ਚੱਲ ਰਿਹਾ ਹੈ 1 2 3 ਔਰ ਆਪਾਂ ਖਿੱਚੇ ਆ 2026 ਚ, ਇਹਨੂੰ ਕੀ ਲਿਖਦੇ ਆ ਆਪਾਂ? AD. ਔਰ ਜੋ ਪਿੱਛੇ ਜਾਂਦਾ ਹੈ -1 -2 -3, ਇਸੇ ਤਰ੍ਹਾਂ ਇਹ ਕੀ ਹੈ? -500. ਜੋ 0 ਤੋਂ ਨੈਗੇਟਿਵ ਵਾਲੀ ਸਾਈਡ ਜਾ ਰਿਹਾ ਉਹਨੂੰ ਆਪਾਂ ਲਿਖਦੇ ਆ BC ਔਰ BCE. ਜੋ ਪੋਜ਼ਿਟਿਵ ਵੱਲ ਜਾ ਰਿਹਾ ਉਹਨੂੰ ਆਪਾਂ ਲਿਖਦੇ ਆ AD. ਸੋ ਇਹ ਕੀ ਹੈ ਕਿ ਜਦੋਂ ਦੀ ਆਪਾਂ ਡੇਟ ਲਿਖਣੀ ਸ਼ੁਰੂ ਕੀਤੀ ਹੈ ਉਸ ਤੋਂ 500 ਸਾਲ ਪਹਿਲੇ ਦੀ ਇਹ ਡਿਵੈਲਪਮੈਂਟ ਹੋਈ ਹੈ. ਇਹ ਕਾਊਂਟਿੰਗ ਸਿਸਟਮ ਯੂਜ਼ ਕੌਣ ਕਰਦਾ ਸੀਗਾ? ਇਹ ਯੂਜ਼ ਕਰਦੇ ਸੀ ਐਟਰੂਸਕੈਂਸ. ਰੋਮਨ ਸਿਵਲਾਈਜੇਸ਼ਨਸ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਐਟਰੂਸਕੈਂਸ ਕਹਿੰਦੇ ਆ. ਸੋ ਵਾਈ ਵਰ ਦੇ ਇਨਵੈਂਟਡ? ਇਨਵੈਂਟ ਕਿਉਂ ਕੀਤੇ ਆ? ਕਿਉਂਕਿ ਆਬਜੈਕਟ ਕਾਊਂਟ ਕਰਨੇ ਸੀ, ਕੁਝ ਰਿਕਾਰਡ ਜਿੱਦਾਂ ਕਿ ਹਿਸਟਰੀ ਵਗੈਰਾ ਰਿਕਾਰਡ ਰੱਖਣੀ ਹੈ, ਜੋ ਸਮਾਨ ਇਧਰ ਤੋਂ ਉਧਰ ਜਾਂਦਾ ਹੈ, ਟ੍ਰੇਡ ਹੁੰਦਾ ਹੈ, ਰਿਕਾਰਡ ਡੇਟਸ ਐਂਡ ਈਅਰ, ਕੌਣ ਰਾਜਾ ਕਦੋਂ ਜੰਮਿਆ, ਉਹਨੇ ਕੀ ਜਿੱਤਿਆ, ਕਦੋਂ ਮਰ ਗਿਆ, ਨੰਬਰ, ਚੈਪਟਰ, ਕਿੰਗ, ਆਰਮੀਜ਼ ਤੇ ਕਿੰਨੇ ਬੰਦੇ ਆ, ਕੋਈ ਬੁੱਕ ਲਿਖੀ ਉਹਦੇ ਕਿੰਨੇ ਚੈਪਟਰ ਹੈ, ਰਾਜਾ ਕਿੰਨੇ ਹੋਏ ਆ, ਇਹ ਕਿੰਨਵਾਂ ਰਾਜਾ ਹੈ. ਇਹ ਸਾਰਾ ਕੁਝ ਕਰਨ ਵਾਸਤੇ ਕੀ ਯੂਜ਼ ਹੁੰਦਾ ਸੀਗਾ? ਰੋਮਨ ਨੰਬਰ ਯੂਜ਼ ਹੁੰਦੇ ਸੀ. ਕਿਉਂਕਿ ਉਦੋਂ 1 2 3 4 5 6 ਹਿੰਦੂ ਅਰੈਬਿਕ ਨੰਬਰ ਯੂਜ਼ ਨਹੀਂ ਹੁੰਦੇ ਸੀ. ਹੁਣ ਇਹਦੇ ਕੁਝ ਰੂਲਸ ਹੈਗੇ, ਰੂਲਸ ਆਫ ਰੋਮਨ ਨੰਬਰਸ. ਦੇਖੋ, ਫਰਸਟ ਰੂਲ ਕੀ ਹੈ? ਬੇਸਿਕ ਸਿੰਬਲਸ ਐਂਡ देयर ਵੈਲਿਊ. ਇਹ ਆਪਾਂ ਕਰ ਚੁੱਕੇ ਆ, ਆਪਾਂ ਪਹਿਲਾਂ ਹੀ ਪੜ ਚੁੱਕੇ ਆ. ਸੈਕੰਡ ਰੂਲ ਕੀ ਹੈ? addition rules. If a smaller or equal numeral comes after a larger numeral, add its value. ਜਦੋਂ ਕੋਈ ਸੇਮ ਵੈਲਿਊ ਦਾ ਜਾਂ ਉਸ ਤੋਂ ਛੋਟੀ ਵੈਲਿਊ ਦਾ ਨੰਬਰ ਆਂਦਾ ਹੈ ਤਾਂ ਉਹਨੂੰ ਕੀ ਕਰਨਾ? ਐਡ ਕਰਨਾ. ਜਿਸ ਤਰ੍ਹਾਂ ਦੇਖੋ 1 ਹੈ, 1 ਦੇ ਨਾਲ ਅਗੇਨ 1 ਲਗਾਤਾ, I ਮਤਲਬ ਕਿ 1 + 1 ਬਣ ਗਿਆ 2. ਹੁਣ ਇੱਥੇ V ਕੀ ਇੰਡੀਕੇਟ ਕਰ ਰਿਹਾ? 5 ਨੂੰ, और फिर अगेन 1 and 1 लगाता, 1 and 1 एक हो गया 7. नेक्स्ट X की इंडिकेट करता है 10 और V की इंडिकेट करता है 5. तो ये बन गया 15. L की इंडिकेट कर रहा है 50 और X की है 10, so ये बन गया 60. नाउ M 1000 है और C की है 100 and 100. मतलब ਇਹਦੇ ਵਿੱਚ ਜਿੱਥੇ ਨਾ ਪਲੱਸ ਦਾ ਨਿਸ਼ਾਨ ਲੱਗਣਾ ਹੈ ਨਾ ਮਲਟੀਪਲਾਈ ਦਾ ਨਿਸ਼ਾਨ ਲੱਗਣਾ ਹੈ, ਸਿੱਧੇ ਨੰਬਰ ਲਿਖੇ ਜਾਣੇ ਆ, ਅਲਫਾਬੈਟ ਲਿਖੇ ਜਾਣੇ, ਉਸ ਤੋਂ ਤੁਸੀਂ ਨੰਬਰ ਅਜ਼ਿਊਮ ਕਰਨਾ ਹੈ. ਸੋ MCC ਕਿੰਨਾ ਹੈ? 1200. Next is subtraction rule. ਇਹਦੇ ਵਿੱਚ ਕੀ ਕਰਨਾ? If a smaller numeral comes before a larger numeral, subtract its value. ਜੇ ਛੋਟੀ ਵੈਲਿਊ ਦਾ ਨਿਊਮਰਲ ਵੱਡੀ ਵੈਲਿਊ ਦੇ ਨਿਊਮਰਲ ਦੇ ਪਿੱਛੇ ਲੱਗਿਆ ਹੋਇਆ ਹੈ ਤਾਂ ਉਹਨੂੰ ਕੀ ਕਰਨਾ ਹੈ? ਅਸੀਂ ਮਾਈਨਸ ਕਰ ਦੇਣਾ ਹੈ. ਜਿਸ ਤਰ੍ਹਾਂ ਦੇਖੋ ਇੱਥੇ ਕੀ ਹੈ? V ਕੀ ਵੈਲਿਊ ਕੀ ਹੈ? 5. ਉਹਦੇ ਪਿੱਛੇ ਕੀ ਲਿਖਿਆ ਹੈ? I. ਇਹਦੀ ਵੈਲਿਊ ਕੀ ਹੈ? 1. ਸੋ 5 ਦੇ ਵਿੱਚੋਂ 1 ਮਾਈਨਸ ਕਰ ਦੇਣਾ, 4 ਆ ਜਾਏਗਾ. X ਦੀ ਵੈਲਿਊ ਕੀ ਹੈ? 10. I ਦੀ ਵੈਲਿਊ ਕੀ ਹੈ? 1. ਸੋ ਮਾਈਨਸ ਕੀਤਾ, 9 ਆ ਗਿਆ ਸਾਡੇ ਕੋਲ. ਫਿਰ L ਦੀ ਵੈਲਿਊ ਕੀ ਹੈ? 50. X ਦੀ ਵੈਲਿਊ ਕੀ ਹੈ? 10. 50 ਵਿੱਚੋਂ 10 ਮਾਈਨਸ ਕੀਤੇ ਸਾਡੇ ਕੋਲ ਆਨਸਰ ਆਏਗਾ 40. X ਦੀ ਵੈਲਿਊ ਕੀ ਹੈ? 10. C ਦੀ ਵੈਲਿਊ ਕੀ ਹੈ? 100.
100 ਦੇ ਵਿੱਚੋਂ 10 ਮਾਈਨਸ ਕੀਤੇ ਆ ਗਿਆ 90। D ਦੀ ਵੈਲਿਊ ਕੀ ਹੈ 500 ਔਰ C ਦੀ ਵੈਲਿਊ ਕੀ ਹੈ 100। ਸੋ 500 ਵਿੱਚੋਂ 100 ਮਾਈਨਸ ਕੀਤਾ 400। ਨੈਕਸਟ C ਦੀ ਵੈਲਿਊ ਕੀ ਹੈ 100, M ਦੀ ਵੈਲਿਊ ਕੀ 1000, M ਮਾਈਨਸ C ਕਿੰਨਾ ਹੋਏਗਾ 900। ਨੈਕਸਟ ਸਾਡੇ ਕੋਲ ਰਿਪੀਟੀਸ਼ਨ ਰੂਲਸ। ਰਿਪੀਟੀਸ਼ਨ ਰੂਲ ਚ ਕੀ ਹੈ I X C and M ਇਹ ਕੀ ਹੈ 3 टाइम रिपीट हो सकती है, सिर्फ 3 टाइम रिपीट हो सकते हैं। अप टू ਦਾ मतलब है कि सिर्फ 3 टाइम तक ही ये रिपीट हो सकते हैं। इतना नहीं हो सकता है 1 1 1 and 1 ये 4 हो जाए, इस तरह नहीं होएगा। 4 ਲਈ ਕੀ ਕਰਨਾ ਪਏਗਾ 5 ਦੇ ਵਿੱਚੋਂ 1 ਮਾਈਨਸ ਕਰਨਾ ਪਏਗਾ, then 4 ਆਏ। ਸੋ ਦੇਖੋ I ਬਣ ਗਿਆ ਸਾਡੇ ਕੋਲ 3, X X X मतलब 10 plus 10 plus 10 30, C plus C plus C मतलब 100 plus 100 plus 100 कितना हो गया 300, M मतलब 1000 बन गया साढ़े कोल 3000। फिफ्थ रूल है V L and D कैन नॉट बी रिपीटेड। V ਦੀ ਵੈਲਿਊ ਹੁਣ ਸਾਨੂੰ ਪਤਾ ਕੀ ਹੈ 5, L ਦੀ ਵੈਲਿਊ ਕੀ ਹੈ 50 और D ਦੀ ਵੈਲਿਊ ਕੀ ਹੈ 500। ਸੋ ਇਹ ਰਿਪੀਟ ਨਹੀਂ ਹੋ ਸਕਦੇ। अगर मैं लिखना है 10 ਲਈ मैं ਕੀ ਕਰਾਂਗੀ मैं 5 नहीं लिख सकती, मैं ਕੀ लिखूंगी X मतलब A नहीं लिख सकती, मैं X लिखूंगी। अगर मैं लिखना है 100 से मैं L and L नहीं लिख सकती, मैं लिखना की ये थे मैं लिखना है C। अगर मैं 1000 लिखना है मैं D and D नहीं लिख सकती, मैनू लिखना की पएगा M। नेक्स्ट साडे को न्यूमरल्स आर रिटन फ्रॉम लार्जेस्ट टू स्मॉलेस्ट। जब तो भी लिखना है उन्हें 28 है, 28 लिखी है, पहले लार्जेस्ट की है 10 then 5 then 3 1 1 1 मतलब लार्जेस्ट टू स्मॉलेस्ट वाल जाना है। 365 ਇਹਦੇ ਚ ਪਹਿਲੇ 100 then 50 then 10 then 5 then 527 है। D ਕੀ ਹੁੰਦਾ 500 then 10 and 5 and 2 मतलब पहले सब तो ਵੱਡਾ ਨੰਬਰ फिर सब तो छोटा नंबर। अच्छा इन्ना तो अलावा ना कुछ और रूल्स ਹੈਗੇ ਆ। ओनली सर्टेन सबट्रैक्शंस आर अलाउड। केड़ियां देखो जो 1 है वो सिर्फ 5 चो माइनस हो सकता है एंड X मतलब 10 चो माइनस हो सकता है, मतलब कि वो 4 बन सकता है और वो 9 बन सकता है। I है वो सिर्फ V एंड X ਦੇ ਵਿੱਚੋਂ ही माइनस हो सकता है। ते जो X है वो किते चो माइनस हो सकता है वो सिर्फ L मतलब 50 चो माइनस हो सकता है या फिर वो 100 चो माइनस हो सकता है। अगर मैं लिखना है 40 मतलब X L लिखांगी 50 ਵਿੱਚੋਂ 10 माइनस होके मेरे को 40 आ जाएगा। और अगर मैं 90 लिखना है C माइनस X हो जाएगा, मतलब के 100 ਵਿੱਚੋਂ 10 के कितना बचा 90। ये सिर्फ X माइनस होना है L ते C ਵਿੱਚੋਂ, I माइनस होना है V ते X ਵਿੱਚੋਂ। उस तो बाद आ गया C किते चो माइनस होना है C ਜਿਹੜਾ सिर्फ D एंड M ਵਿੱਚੋਂ ही हो सकता है। मतलब अगर C D है ਇਹਦਾ मतलब 500 ਵਿੱਚੋਂ 100 गए it is 400। C M है ਇਹਦਾ मतलब के 1000 ਵਿੱਚੋਂ 100 गए it's 900। मतलब कि ਤੁਸੀਂ ਇਹ ਕਰ ਸਕਦੇ ਹੋ 4 9 40 90 400 900। I ਜਿਹੜਾ V and X ਵਿੱਚੋਂ ਮਾਈਨਸ ਹੋਣਾ ਹੈ, C D and M ਵਿੱਚੋਂ ਮਾਈਨਸ ਹੋਣਾ ਹੈ, X L and C। ਇਸ ਤੋਂ ਇਲਾਵਾ ਇਹ ਕਿਸੇ ਹੋਰ ਨੰਬਰ ਨਾਲ ਮਾਈਨਸ ਨਹੀਂ ਹੋ ਸਕਦੇ। ਇਸ ਤੋਂ ਬਾਅਦ ਸਾਡੇ ਕੋਲ why were Roman numerals replaced। ਹੁਣ यूज ਹੁੰਦੇ ਸੀਗੇ ਰੋਮਨ ਨੰਬਰ, ਰਿਪਲੇਸ ਕਿਉਂ ਹੋ ਗਏ ਆ? ਕਿਉਂ ਰਿਪਲੇਸ ਹੋ ਗਏ ਆ? ਕਿਉਂਕਿ ਸਭ ਤੋਂ ਪਹਿਲੀ ਗੱਲ ਦੇਖੋ ਤੁਸੀਂ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ ਡਿवीजन ਕਰਨੀ ਕਿੰਨੀ ਔਖੀ ਹੈ। ਅਗਰ ਮੈਂ ਲਿਖਣਾ ਹੈ 2448 ਮਲਟੀਪਲਾਈ ਬਾय 67 और 2448 डिवाइडेड बाय 56 ਇਹਦੇ ਚ ਕਿੰਨਾ ਔਖਾ ਹੈ। ਦੇਖੋ ਕਿੰਨਾ ਲੰਬਾ ਪਹਿਲੇ ਇਹ ਲਿਖਿਆ ਗਿਆ। ਹੁਣ ਉਹਦੇ ਚੋਂ ਫਿਰ ਅਸੀਂ ਕੀ ਕਰਾਂਗੇ 1000 then D ਵਿੱਚੋਂ C 500 ਵਿੱਚੋਂ 100 ਫਿਰ ਉਸ ਤੋਂ ਬਾਅਦ X L V मतलब ਇੰਨਾ ਸਾਰਾ ਕੁਝ ਆਪਾਂ ਕਰਕੇ ਫਿਰ ਅਸੀਂ ਲਿਖਾਂਗੇ और फिर इस नंबर ਨੂੰ ਵੀ ਮਾਈਨਸ ਪਲੱਸ ਕਰਕੇ ਡਿਵਾਈਡ ਕਰਾਂ ਕਿੰਨਾ ਔਖਾ ਹੈ। ਇਸ ਕਰਕੇ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ ਐਂਡ ਡਿवीजन ਕਰਨੀ ਔਖੀ ਸੀ। ਸੋ ਇਸ ਕਰਕੇ ਕਾਦੇ ਚ ਆ ਕੇ ਹਿੰਦੂ ਅਰੇਬਿਕ ਨੰਬਰ ਚ ਕਦੋਂ ਆਏ ਆ ਅਰਾਊਂਡ 12th and 15th century। मतलब कि ਜਦੋਂ ਹਿੰਦੂ ਅਰੇਬਿਕ ਨੰਬਰ 0 1 2 3 4 5 6 7 8 9 ਤੇ ਆ ਗਏ। ਜਦੋਂ ਇਹ ਸਿੱਖ ਲਿਆ, ਇਹ ਸਿੱਖਿਆ ਕਿੱਦਾਂ ਇੰਡੀਆ ਤੋਂ। ਇਹ ਅਰਬ ਸਕਾਲਰਸ ਜੋ ਅਰਬ ਦੇ ਲੋਕ ਇੰਡੀਆ ਚ ਪੜਨ ਆਏ ਸੀ ਜਾਂ ਜੋ ਵਪਾਰ ਕਰਨ ਆਏ ਸੀ ਇਥੋਂ ਕੁਝ ਸਿੱਖ ਗਏ। ਉਹਨਾਂ ਨੇ ਕੀ ਕੀਤਾ ਇਹ ਸਾਰਾ ਕੈਲਕੂਲੇਸ਼ਨ ਸਿਸਟਮ ਜਿਹੜਾ ਈਜ਼ੀ ਕਰਤਾ ਤੇ ਰੋਮਨ ਨੰਬਰ ਨੂੰ ਹਿੰਦੂ ਅਰੇਬਿਕ ਨੰਬਰ ਨਾਲ ਰਿਪਲੇਸ ਕਰ ਦਿੱਤਾ। ਹੁਣ ਜਿਹੜਾ ਅੱਜ ਵੀ ਅਗਰ ਅਸੀਂ ਰੋਮਨ ਨੰਬਰ ਪੜ ਰਹੇ ਹਾਂ ਤੇ ਯੂਜ਼ ਕਿੱਥੇ ਹੁੰਦੇ ਆ? ਕਿਉਂ ਪੜ ਰਹੇ ਆ ਆਪਾਂ? ਕਿਉਂ ਪੜ ਰਹੇ ਆ? ਕਿਉਂਕਿ ਇਹ ਹਜੇ ਵੀ ਯੂਜ਼ ਹੁੰਦੇ ਆ
जिस तरह के क्लॉक च अगर तुसी वॉल क्लॉक देखोगे तो ਤੁਹਾਨੂੰ ਇੱਥੇ ਤਕਰੀਬਨ ਜਿਹੜੇ ਰੋਮਨ ਨੰਬਰ ਦਿਖਣਗੇ 1 2 3 4 5 6 7 8 9 10 11 12 और दूसरा की है कि बुक्स से कई जगह ते चैप्टर ਜਿਹੜੇ देखो चैप्टर 1 चैप्टर 2 चैप्टर 3 चैप्टर 4 या एक बुक दे होर भी वॉल्यूम आए आ कि जिदा डिक्शनरी वॉल्यूम 1 वॉल्यूम 2 इस तरह ਉਹਦੇ ਲਈ ਇਹ ਰੋਮਨ ਨੰਬਰ ਯੂਜ਼ ਕੀਤੇ ਜਾਂਦੇ ਆ। ਹੋਰ ਕਿੱਥੇ ਹੁੰਦੇ ਕਿੰਗਸ ਐਂਡ ਕੁਈਨਸ ਦੇ ਜਿਹੜੇ ਨਾਮ ਹੈ ਜਿਸ ਤਰ੍ਹਾਂ ਕਿ ਐਲਿਜ਼ਾਬੈਥ ਹੁਣ ਦੇਖੋ ਇੱਕ ਪਹਿਲੇ ਵੀ ਸੀਗੀ ਫਿਰ ਇਹ ਸੈਕਿੰਡ ਸੀ ਹੁਣ ਇੱਥੇ ਕੀ ਕਰਦੇ ਇਹਨਾਂ ਨੇ ਆਪਣੇ ਐਂਸੈਸਟਰ ਦੇ ਨਾਮ ਤੇ ਰੱਖ ਲਏ ਆ ਪਰ ਆਪਣੀ ਪਹਿਚਾਨ ਵੀ ਤੇ ਦੱਸਣੀ ਹੈ ਨਾ। ਸੋ ਜੋ ਪਹਿਲੇ ਸੀ ਉਹ 1 ਸੀ ਜੋ ਬਾਅਦ ਚ ਆਈ ਉਹ 2 ਸੀ। ਜਿੱਦਾਂ लुइस किंग एक ही है 10 और एक ही है 4 मतलब 14। नेक्स्ट और कितने यूज होंगे है मूवीज एंड इवेंट्स के जिदा हम रॉकी सेकंड मूवी है मतलब पहले एक रॉकी बन चुकी सी हुन रॉकी ओदा सेकंड पार्ट है। सुपर बॉल LX जिस तरह बच्चों दी मूवी है। टॉय स्टोरी 4 ਇਹ ਕਦੋਂ ਆਈ ਹੈ ਇਹਨਾਂ ਨੇ ਇੱਥੇ ईयर की है ਇਹਦੇ ਚ ਲਿਖਿਆ ਹੋਇਆ। नेक्स्ट है डेट्स ऑन बिल्डिंग एंड मॉन्यूमेंट्स। तुसी पुरानी बिल्डिंग्स से जाओगे खास करके इटली वाली साइड ते ते तानू जिद्दां के एनो डोमिनी ये बहुत पुरानी बिल्डिंग है ओदा जेड़ा है नंबर एंड डेट इत्थे रोमन नंबर च लिखी हुई है। फिर ओलंपिक्स एंड स्पोर्टिंग इवेंट्स। ओलंपिक शुरू कित्थों होया सी रोम तो शुरू होया सी। ओलंपिक से जद भी कोई नंबर लिखे जांदे हो हजे भी कादे च लिखे जांदे आ रोमन नंबर्स च लिखे जाते हैं। हुण इत्थे तक जो भी मैं तानू रोमन नंबर्स बारे दस्सिया ये तुहाडी बुक च नहीं है रूल्स ਹੈਗੇ ਆ ਉਸ ਤੋਂ ਇਲਾਵਾ ਤੁਹਾਡੀ ਬੁੱਕ 'ਚ ਨਹੀਂ ਹੈ। ਇਹ ਸਿਰਫ ਮੈਂ ਇਸ ਲਈ ਦੱਸਿਆ ਕਿ ਜੋ ਅਸੀਂ ਪੜ੍ਹ ਰਹੇ ਹਾਂ ਸਾਨੂੰ ਉਹਦੇ ਬਾਰੇ ਪਤਾ ਤਾਂ ਹੋਣਾ ਚਾਹੀਦਾ ਅਖੀਰ ਅਸੀਂ ਪੜ੍ਹਦੇ ਕੀ ਪਏ ਆ ਹੈ ਨਾ। ਚਲੋ ਹੁਣ ਆਪਾਂ ਜੋ ਪੜਾਂਗੇ ਉਹ ਜੋ ਤੁਹਾਡੀ ਬੁੱਕ 'ਚ ਲਿਖਿਆ ਹੋਇਆ। ਸੋ ਸਭ ਤੋਂ ਪਹਿਲੇ ਕੀ ਕਨਸੈਪਟ ਹੈ ਕਿ ਅਸੀਂ ਕੀ ਪੜ੍ਹਨਾ ਹੈ। ਕੀ ਕਨਸੈਪਟ ਰੀਡਿੰਗ ਐਂਡ ਰਾਈਟਿੰਗ ਰੋਮਨ ਨਿਊਮਰल्स। ਰੀਡਿੰਗ कि ਉਹਨੂੰ ਪੜਨਾ ਕਿੱਦਾਂ ਹੈ ਤੇ ਉਹਨੂੰ ਲਿਖਣਾ ਕਿੱਦਾਂ ਹੈ ਇਹ ਆਪਾਂ ਇਸ ਚੈਪਟਰ 'ਚ ਸਿੱਖਾਂਗੇ। तो लेट्स get ready। फर्स्ट की थे देखो color the sparrow which shows number greater than 15 but less than 20। ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ 15 ਤੋਂ ਬਾਅਦ ਵਾਲੇ ਨੰਬਰ ਨੂੰ ਲਿਖਣਾ ਕਿੱਦਾਂ ਹੈ। XV ਲਿਖ ਦੋ ਇਹ ਕੀ ਹੈ 15 और XV1 मतलब एक ही हो गया 16। अगेन 1 ਨੂੰ रिपीट कर देना है XV1 and 2 ये हो गया साढ़े कुल 17। XV1 2 3 ये हो गया 18। then X1 X की अंदर 10 1 कितना माइनस मतलब क्या हो गया 9 एक ही हो गया 19। हुन देखो ए नंबर कितने दिख रहे हैं X5 ते एरिया पर उन्हें की क्या कि ग्रेटर देन 15 होना चाहिए मतलब आप ये कंसीडर नहीं करांगे। उस तो बाद की है X1 X ए ते हो गया साडा 19 मतलब जो असी नंबर कलर करना है एक ते ए है। अगला भी देख लेने आप XXV X की अंदर 10 प्लस की हो गया 5 ये तो 25 हो गया मतलब ए भी आप कंसीडर नहीं करांगे आप कलर किनू करांगे इस वाले पंछी नू कलर करांगे। तुसी की करना अपनी बुक च इस वाले पंछी नू पूरा कलर कर देना है क्योंकि एक ही है ग्रेटर देन 15 बट लेस देन 20 है। सेकंड पार्ट है कंपेयर एंड फिल इन द बॉक्सेस यूजिंग ग्रेटर देन एंड लेस देन। चलो देखते हैं आप एक ही है L एंड X। L दी वैल्यू सानू पता है की है 50 X दी वैल्यू की है 10 आप पढ़ चुके हैं फिर भी मैं इत्थे थानू एक चार्ट दे रही हूं। देखो L किथे साडे कोल एरिया 50 X किथे है एरिया 10 मतलब कि केड़ा ग्रेटर है ऑब्वियसली 50 ग्रेटर है सो ਅਸੀਂ ਕੀ ਕਰਾਂਗੇ L is greater than X। नेक्स्ट C ਹੁਣ C ਦੀ वैल्यू देखो की है 100 और D ਦੀ वैल्यू की है 500 सो C is less than D। नेक्स्ट 1 2 3 ए 3 है और ए 5 है सो 3 is less than 5। नेक्स्ट आर्टिकल है रीडिंग एंड राइटिंग रोमन नंबर्स। जो ये चार्ट है ये मैं पिछले पेज पे लेके गई सी। रोमन नंबर्स आर एक्सप्रेस्ड बाय द फॉलोइंग लेटर्स ऑफ द अल्फाबेट। ये मैं तानू ऑलरेडी पढ़ा चुकी हां कि I1 है B5 है X10 है L50 है C100 है D500 है। इंस्टेड ऑफ यूजिंग द प्लेस वैल्यू सिस्टम द रोमन यूज 7 सिंबल्स एंड देयर डिफरेंट कॉम्बिनेशन टू राइट द नंबर्स। ਅਸੀਂ ਜਿੱਦਾਂ 1s 10s 100 1000 10000 यूज कर मतलब ਅਸੀਂ प्लेस वैल्यू सिस्टम यूज करते हैं एक ही है ਇਹ ਅਲਫਾਬੈਟ ਯੂਜ਼ ਕਰਦੇ ਆ ਉਹਦੀ ਜਗ੍ਹਾ ਤੇ ਉਹਨਾਂ ਦੇ ਕੰਬੀਨੇਸ਼ਨ। देयर आर 4 बेसिक प्रिंसिपल्स ऑफ रीडिंग एंड राइटिंग रोमन नंबर्स। ਇਹ ਵੈਸੇ ਤਾਂ ਆਪਾਂ ਸਾਰੇ ਹੀ ਪ੍ਰਿੰਸੀਪਲ ਐਜ਼ ਅ ਰੂਲ ਆਪਾਂ ਪੜ ਚੁੱਕੇ ਆ ਪਰ ਆਪਾਂ ਇਸ ਬੁੱਕ ਚੋਂ ਵੀ ਪੜਾਂਗੇ। ਸੋ ਫਰਸਟ ਰੂਲ ਕੀ ਹੈ ਇੱਥੇ
A letter repeat its value that many times, जिस तरह के XXX 30 है, CCC 200 है, etc. A letter can only be repeated 3 times. जो भी नंबर है वो सिर्फ कितने टाइम रिपीट हो सकते हैं? 3 टाइम. सेकेंड है, if one or more letters are placed after another letters of greater value, add the amount. अगर सेम नंबर, सेम वैल्यू ਦਾ ਨੰਬਰ ਜਾਂ ਤੋਂ ਛੋਟੀ ਵੈल्यू ਦਾ ਨੰਬਰ ਇੱਕ ਨੰਬਰ ਤੋਂ ਬਾਅਦ ਇਹਦਾ ਮਤਲਬ ਕਿ ਅਸੀਂ ਕੀ ਕਰਨਾ? ਐਡ ਕਰਨਾ ਹੈ. ਐਗਜ਼ਾਮਪਲ ਕੀ ਹੈ? VI. VI ਦਾ ਮਤਲਬ ਕੀ? F5 है, F1 है, मतलब ਕੀ है? ਇਹ 6 है, V5 1. ਫਿਰ LXX. L ਦੀ ਸਾਨੂੰ ਵੈल्यू ਪਤਾ ਹੈ ਕੀ ਹੈ? 50, X ਦੀ 10, 10 ਸੋ ਇਹ ਬਣ ਗਿਆ 70. M ਦੀ ਵੈल्यू है 1000, C ਦੀ ਵੈल्यू 100, 100, ਫਿਰ 1000 plus 100 plus 100 मतलब 1000 plus 200, 1200. नेक्स्ट है ਸਾਡੇ ਕੋਲ वर्किंग रूल 3. थर्ड रूल की है, if a letter is placed before another letter of greater value, subtract its value. ਜੇ ਕੋਈ ਆਪਣੇ ਤੋਂ ਵੱਡੀ ਵੈਲਿਊ ਵਾਲੇ ਨੰਬਰ ਦੇ ਪਿੱਛੇ ਕੋਈ ਛੋਟਾ ਨੰਬਰ ਲਿਖਿਆ ਹੋਇਆ, ਜਿਸ ਤਰ੍ਹਾਂ ਕਿ IV ਲਿਖਿਆ ਹੋਇਆ, मतलब ਕਿ ਵੱਡੀ ਵੈਲਿਊ ਦਾ ਹੈ, ਛੋਟੀ ਵੈਲਿਊ ਦਾ, मतलब ਕਿ ਇਹਨੂੰ ਇਹਦੇ ਚੋਂ माइनस कर देना है, मतलब 5 minus 1 होएगा, 5 minus 1 होके 4 हो जाएगा. नेक्स्ट एग्जांपल वही जो मैं समझाया, IV की बनेगा 4, XC मतलब 100 minus 10 90, CM मतलब M माइनस कितना होएगा? 100, 1000 minus 100 बनेगा 900. ये भी अपन रूल च पढ़ लिया सी. नेक्स्ट है रिमेंबर. ये देखो, ओनली सब्ट्रैक्ट पावर्स ऑफ 10. पावर्स ऑफ 10 मतलब कि देखो की हो सकता है कि सिर्फ जो 1 है वो x ਦੇ ਵਿੱਚੋਂ ਮਾਈਨਸ ਹੋ ਸਕਦਾ ਹੈ, ਤੇ ਅਗਰ 100 ਦੇ ਵਿੱਚੋਂ ਮਾਈਨਸ ਕਰਨਾ ਹੈ ਤੇ ਉਹਦੇ ਚੋਂ 1 ਨਹੀਂ ਮਾਈਨਸ ਹੋਏਗਾ, ਉਹਦੇ ਚ ਕੀ ਹੋਏਗਾ? x मतलब ये बनेगा 90. बस सिर्फ 10 ਦੀ ਪਾਵਰ ਹੀ ਮਾਈਨਸ ਹੋ ਸਕਦੀ ਹੈ, ਹੋਰ ਕੋਈ ਮਾਈਨਸ ਨਹੀਂ ਹੋ ਸਕਦਾ. ਇਹਦੇ ਚੋਂ V and L ਜਿਹੜੇ ਉਹ ਮਾਈਨਸ ਨਹੀਂ ਹੋ ਸਕਦੇ. ਜਿੱਦਾਂ ਕਿ ਮੈਂ ਲਿਖਣਾ ਹੈ 95 ਲਿਖਣ ਲਈ ਮੈਂ VC ਨਹੀਂ ਲਿਖਾਂਗੀ, मतलब 100 ਵਿੱਚੋਂ 5 ਮਾਈਨਸ ਨਹੀਂ ਕਰਾਂਗੀ, ਕੀ ਲਿਖਾਂਗੀ? XCV मतलब ਕਿ ਇਹ ਕੀ ਹੈ? ਮੇਰੇ ਕੋ 100 ਹੈ, ਇਹਦੇ ਚੋਂ ਮੈਂ 10 ਮਾਈਨਸ ਕੀਤਾ, ਉਸ ਤੋਂ ਬਾਅਦ ਮੈਂ 5 ਕੀ ਕੀਤਾ? ਪਲੱਸ ਕੀਤਾ, ਤੇ ਮੇਰੇ ਕੋ 95 आंसर आएगा. नेक्स्ट की ओनली सब्ट्रैक्ट वन नंबर फ्रॉम अनदर. कि सिर्फ एक नंबर ही जेड़ा दूसरे चो सब्ट्रैक्ट हो सकता है. एक वड्डा नंबर उस तो एक छोटा नंबर सब्ट्रैक्ट किया जा सकता है. फॉर एग्जांपल की है कि मैं 13 नंबर लेना, इट वुड बी इनकरेक्ट टू राइट इफ 15 माइनस 1 कर लिए. करेक्ट की होएगा कि x तो बाद 1 2 3 रिपीट करके मैं 13 लिख दूंगा. नेक्स्ट की, डू नॉट सब्ट्रैक्ट अ नंबर फ्रॉम वन दैट इज मोर देन 10 टाइम्स ग्रेटर. कोई भी हो जा नंबर ਜਿਹੜਾ 10 टाइम ग्रेटर्स है ਉਹਦੇ ਚੋਂ ਤੁਸੀਂ ਨਹੀਂ ਮਾਈਨਸ ਕਰ ਸਕਦੇ. मतलब कि अगर मैं ਕਹਾਂ कि C-1 करना है ਉਹ ਨਹੀਂ ਕਰ ਸਕਦੀ, ਜੋ ਮੈਂ ਇੱਥੇ ਦੱਸਿਆ ਸੀਗਾ ਉਹ ਨਹੀਂ ਕਰ ਸਕਦੇ. that is you can subtract 1 from 10 but 1 from 20 ਨਹੀਂ ਮਾਈਨਸ ਕਰ ਸਕਦੇ ਹੋ. there is no such number x 1xx. for 99 do not write 1 minus C. मतलब IC नहीं लिख सकते हो कि ਤੁਸੀਂ C ਦੇ ਵਿੱਚੋਂ I ਮਾਈਨਸ ਕਰ ਲਓ. ਰਾਈਟ XC9. ਇਹ ਸਾਰਾ ਕੁਝ ਮੈਂ ਡਿਟੇਲ ਚ ਰੂਲਸ ਚ ਸਮਝਾਇਆ ਹੋਇਆ. ਇਸ ਲਈ ਸਾਡੇ ਕੋਲ ਹੁਣ ਵਰਕਿੰਗ ਰੂਲ 4. A bar placed on top of letter or string of letters increases the numerals value by 1000 times. ਜੇ ਕਿਸੇ ਨੰਬਰ ਦੀ ਵੈਲਿਊ 1000 टाइम ਵੱਧ ਹੋਵੇ, ਮੰਨ ਲਓ ਮੈਂ ਲਿਖਣਾ ਹੈ 20000 ਤੇ ਮੈਂ x and x ਲਿਖ ਲਿਆ, ਇਹ ਤੇ ਬਣ ਗਿਆ 20, ਪਰ ਮੈਂ 20000 ਲਿਖਣਾ ਹੈ, ਮੈਂ ਕੀ ਕਰਾਂਗੀ? ਇਹਦੇ ਉੱਤੇ ਇੱਕ ਬਾਰ ਲਗਾ ਦਾਂਗੀ. ਇਹਦਾ मतलब ਹੁਣ ਇਹ 20 नहीं पढ़ा जाएगा, ये 20000 पढ़ा जाएगा. और मैं अगर 30000 लिखना है, x लगा के 3 टाइम एंड ऊपर बार चढ़ा दांगी. अगर मैं 4000 लिखना है, ਇਹਦਾ मतलब कि मैं की करांगी v उस तो पहले I और ऊपर मैं बार लगा दांगी. ਇਹਦਾ मतलब कि ਕੀ ਹੈ? ਇਹ 4000 है. 6000 v I ऊपर बार लगाता, ये 6000 हो गया. समझ गए ना? ਇਹਦੀ एग्जांपल ਇੱਥੇ ਦਿੱਤੀ ਹੋਈ ਹੈ. देखो x भी 15 ਹੁੰਦਾ ਹੈ, ऊपर बार लगाती है 15000 हो गया. ਉਸ ਤੋਂ ਇਲਾਵਾ ਇਹ ਸਾਰੇ ਜੋ ਇੱਥੇ ਦਿੱਤੇ ਹੋਏ ਆ ਨਾ, ਇਹ ਸਾਰੇ ਕੀ ਹੈ? ਸਿੰਬਲ ਦਿੱਤੇ ਹੋਏ ਰੋਮਨ ਨੰਬਰਸ ਹੈ. ਇਹ ਆਪਾਂ ਆਲਰੇਡੀ ਪੜ੍ਹੇ ਹੋਏ. ਇਹ ਚ ਅਗਰ ਕੁਝ ਚੀਜ਼ਾਂ ਹੈਗੀਆਂ ਮੇਨ ਉਹ ਮੈਂ ਦੱਸਦੀ ਨਹੀਂ. ਦੇਖੋ ਜਿਸ ਤਰ੍ਹਾਂ ਕਿ 10 ਹੈ ਉਹ x ਹੈ, ਔਰ 20 ਲਈ ਆਪਾਂ ਕੀ ਕਰਾਂਗੇ? x x. 30 ਲਈ ਆਪਾਂ ਕੀ ਕਰਾਂਗੇ? 3 ਵਾਰ x. ਪਰ 40 ਲਈ ਕੀ ਕਰਾਂਗੇ ਅਸੀਂ? xl मतलब कि 50 ਵਿੱਚੋਂ 10 ਮਾਈਨਸ ਹੋ ਕੇ 40 ਹੈ. सेम एज 90 ਲਈ ਆਪਾਂ ਕੀ ਕਰਾਂਗੇ? xc मतलब 100 ਵਿੱਚੋਂ 10 ਮਾਈਨਸ ਹੋਇਆ ਤੇ ਬਣ ਗਿਆ ਸਾਡੇ ਕੋਲ 90. ਔਰ 100 ਦੀ ਵੈਲਿਊ ਕੀ ਹੈ? c. d ਦੀ 500 1000 ਦੀ ਹੈ m. नेक्स्ट है साडे कोल राइट द हिंदू अरेबिक न्यूमरल फॉर
सानू इत्थे रोमन नंबर दिते आ, 2 नंबर दिते MMCDLIV, इत्थे दूजा MDCLIX। ਅਸੀਂ ਇਹਨਾਂ ਨੂੰ ਹਿੰਦੂ ਅਰੈਬਿਕ ਨੰਬਰ ਚ ਕਨਵਰਟ ਕਰਨਾ ਹੈ। ਹੁਣ ਇੱਥੇ ਕੀ ਹੈ ਸਾਡੇ ਕੋਲ, ਦੇਖੋ M ਕੀ ਹੁੰਦਾ ਹੈ, M ਹੁੰਦਾ ਹੈ 1000 ਜੋ ਇੱਥੇ ਲਿਖਿਆ ਹੋਇਆ, ਅਗੇਨ 1000। ਉਸ ਤੋਂ ਬਾਅਦ C and D ਆ ਗਿਆ। D ਦੀ ਵੈਲਿਊ ਕੀ ਹੁੰਦੀ ਹੈ 500 ਔਰ C ਦੀ ਵੈਲਿਊ ਕੀ ਹੁੰਦੀ ਹੈ 100। ਇਹਦਾ ਮਤਲਬ ਕਿ 500 ਵਿੱਚੋਂ 100 ਕਿਉਂ ਰਿਹਾ, ਮਾਈਨਸ ਹੋ ਰਹੀ ਹੈ, ਇਹ ਸਾਡੇ ਕੋਲ ਆ ਜਾਏਗਾ 400। ਉਸ ਤੋਂ ਬਾਅਦ ਆ ਗਿਆ L, L ਮੀਨਸ ਕੇ 50। ਉਸ ਤੋਂ ਬਾਅਦ ਦੇਖੋ IV, V मतलब 5 ਤੇ 1 मतलब कि ਜਦੋਂ ਛੋਟੀ ਵੈਲਿਊ ਦਾ ਨੰਬਰ ਪਿੱਛੇ ਹੋਵੇ ਤਾਂ मतलब कि ਉਹ ਮਾਈਨਸ ਹੋਣਾ ਹੈ, 5 minus 1 हो जाएगा 4, so 2000, दोनों 1000 मिला के, then 500 minus 100 400 and 50 plus 4 साडे कोल 54। नंबर की बन गया साडे कोल 2454, मतलब ए दी वैल्यू की है 2454। देखो हिंदू अरेबिक च लिखना कितना सौखा है ते रोमन च लिखना कितना ਵੱਡਾ है ना। नेक्स्ट की MDCLIX, ਇਹਦੇ ਵਿੱਚ ਵੀ ਕੀ ਕਰਨਾ ਸੀ, ਇਹਨੂੰ ਫਿਰ ਅਗੇਨ ਉਦਾਂ ਹੀ अलग अलग कर लांगे, डिवाइड कर लांगे। MDC इथे की CD सीगा, D ਵੱਡਾ ਸੀ, C ਛੋਟਾ ਸੀ और D ਦੇ ਪਿੱਛੇ ਸੀਗਾ। ਇੱਥੇ ਕੀ D ਵੱਡਾ ਹੈ और C ਅੱਗੇ ਹੈ, मतलब ਐਡ ਹੋਣਾ ਹੈ। ਇਹ ਹਮੇਸ਼ਾ ਯਾਦ ਰੱਖਣਾ, ਐਡ ਕਿੱਥੇ ਕਰਨਾ ਹੈ, ਸਬਟ੍ਰੈਕਟ ਕਿੱਥੇ। ਫਿਰ LIX, IX 10 ਵਿੱਚੋਂ 1 ਮਾਈਨਸ ਹੋਣਾ ਹੈ, ਇਹ 9 ਬਣੇਗਾ। ਸੋ ਸਾਡੇ ਕੋਲ ਵੈਲਿਊ ਕੀ ਹੈ 1000, then 500, then 100, then 50, L50 ਹੈ, then 9, 1659। ਇੱਥੇ ਅਸੀਂ ਲਿਖ ਸਕਦੇ ਹਾਂ 1659। Next again example number 2, write the Roman numerals for the following। ਹੁਣ ਸਾਡੇ ਕੋਲ 179 and 2947 ਨੰਬਰ ਦਿੱਤੇ ਹੋਏ ਹਿੰਦੂ ਅਰੇਬਿਕ ਨੰਬਰ ਚ। ਇਹਨੂੰ ਕਰਨਾ ਕੀ ਆਪਾਂ, ਰੋਮਨ ਨਿਊਮਰਲ ਚ ਕਨਵਰਟ ਕਰਨਾ ਹੈ। ਅਗੇਨ ਦੇਖੋ ਇਹਨੂੰ ਕੀ ਕਰਾਂਗੇ ਅਸੀਂ, ਪਹਿਲੇ ਅਸੀਂ ਇਹਨੂੰ 100 then 70 plus 9 ਅਸੀਂ ਇਹਨੂੰ ਅਲੱਗ-ਅਲੱਗ ਕਰ ਲਿਆ। ਹੁਣ 100 ਦੀ ਵੈਲਿਊ ਸਾਨੂੰ ਪਤਾ ਕੀ ਹੈ, C ਹੈ। ਹੁਣ 70 ਦੀ ਵੈਲਿਊ ਕੀ ਆਏਗੀ, 50 plus 10 plus 10। 50 ਦੀ ਵੈਲਿਊ ਕੀ L और 10 ਦੇ ਕੀ X, 9 ਦੀ ਕੀ ਹੈ IX, ਇਹ ਕੀ ਹੈ 9 ਹੈ, ਇਸ ਦੀ ਲਿਖ ਲਿਆ। मतलब ਇਹਦੀ ਸਾਡੇ ਕੋਲ ਕੀ ਬਣੀ CLXXIX। 179 ਨੂੰ ਰੋਮਨ ਨੰਬਰ ਚ ਲਿਖਾਂਗੇ। then 2947 ਅਗੇਨ 2000 ਹੈ, मतलब 1000 2M ਆ ਜਾਣਗੇ। then 900 ਹੈ, 900 मतलब के CM लिखा जाएगा क्योंकि 1000 ਵਿੱਚੋਂ 100 माइनस होया और बस ਸਾਡੇ ਕੋਲ ਆ ਗਈ 900, सो CM आ गया। ਉਸ ਤੋਂ ਬਾਅਦ 40 ਲਈ ਕੀ ਹੈ, L ਦੇ ਵਿੱਚੋਂ X माइनस होएगा, मतलब 50 ਵਿੱਚੋਂ 10 माइनस होएगा, सो XL आ गया। then again 7 है, 5 plus 2 ਇਹਦੀ ਆ ਗਈ ਸਾਡੇ ਕੋਲ 2947 ਦਾ ਰੋਮਨ ਨੰਬਰ ਕੀ ਲਿਖਾਂਗੇ MMCMXLVII। नेक्स्ट ਸਾਡੇ ਕੋਲ एग्जांपल नंबर 3, फाइंड द वैल्यू ऑफ द फॉलोइंग एंड गिव आंसर इन रोमन नंबर्स। ਹੁਣ ਇਹਨੂੰ ਆਪਾਂ ਕਰਨਾ ਕੀ, ਇਹਨੂੰ ਆਪਾਂ ਕਰਨਾ ਹੈ प्लस, देन आंसर रोमन नंबर ਚ ਦੇਣਾ ਹੈ। ਇਹਨੂੰ ਕੀ ਕਰਨਾ ਆਪਾਂ ਮਾਈਨਸ ਕਰਨਾ ਹੈ। ਹੁਣ ਕਿਉਂ ਆਪਾਂ ਹਿੰਦੂ ਅਰੇਬਿਕ ਨੰਬਰ ਚ ਆਏ ਆ, ਕਿਉਂਕਿ ਇਹਦੇ ਵਿੱਚ ਅਗਰ ਅਸੀਂ ਪਲੱਸ ਕਰਨਾ ਹੈ ਬਹੁਤ ਔਖਾ ਹੈ, ਮਾਈਨਸ ਕਰਨਾ ਵੀ ਬਹੁਤ ਔਖਾ ਹੈ। ਸਾਨੂੰ ਪਹਿਲੇ ਇਹਨੂੰ ਹਿੰਦੂ ਅਰੇਬਿਕ ਨੰਬਰ ਚ ਕਨਵਰਟ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਆਪਾਂ CXXIX ਕੀਤਾ, ਇਹ 129 ਆਇਆ। then LXXXVII ਅਸੀਂ ਕੀ ਕੀਤਾ, L ਕੀ ਹੁੰਦਾ 50, then 3 ਟਾਈਮ ਕੀ ਹੈ X 10 10 10, then ਅੱਗੇ ਕੀ ਹੈ V 1 2 3 I मतलब ਕਿ ਬਣ ਗਿਆ 8, ਸੋ ਸਾਡੇ ਕੋਲ ਵੈਲਿਊ ਆ ਗਈ 88। ਅਸੀਂ ਹੁਣ ਕਰਨਾ ਕੀ, ਇਹਨਾਂ ਨੂੰ ਐਡ ਕਰਨਾ ਹੈ। 129 plus 88 ਜਦੋਂ ਐਡ ਕੀਤੇ ਉਹ ਸਾਡੇ ਕੋਲ ਆ ਗਏ 217। ਹੁਣ ਅਸੀਂ ਇਹਨੂੰ ਰੋਮਨ ਨੰਬਰ ਚ ਕਨਵਰਟ ਕਰਨਾ ਹੈ। ਸਾਨੂੰ ਪਤਾ ਹੈ ਕਿ 200 मतलब ਕਿ 100 plus 100 ਹੋਏਗਾ। ਜਦੋਂ 100 plus 100 ਕੀਤਾ ਇਹਦਾ मतलब ਕਿ CNC ਆ ਜਾਏਗਾ। ਉਸ ਤੋਂ ਬਾਅਦ ਕੀ ਹੈ 10 ਕੀ ਆਏਗਾ X और 7 ਦੀ ਵੈਲਿਊ ਸਾਨੂੰ ਪਤਾ ਹੈ ਕਿ V plus II, ਸੋ ਇਹਦਾ ਆਨਸਰ ਕੀ ਬਣੇਗਾ ਇੱਥੇ CCXVII। ਨੈਕਸਟ ਹੁਣ ਇੱਥੇ ਕੀ ਹੈ CLXII minus LV। ਹੁਣ ਪਹਿਲੇ ਕੀ ਆਪਾਂ ਕੀ ਕਰਾਂਗੇ, CLXII ਨੂੰ ਜਦੋਂ ਅਸੀਂ ਕਨਵਰਟ ਕੀਤਾ, C ਕੀ 100, L ਕੀ 50, X ਕੀ 10 और 2 मतलब ਇਹ ਹੋ ਗਏ 12। ਸਾਡੇ ਕੋਲ ਕੀ ਆ ਗਿਆ 100 50 10 plus 2, ये साढ़े को आ गया 162। L की है 50 है और V की है 5, मतलब ये हो गया 55। 162 जो 55 माइनस की थे साढ़े को आ गया 107। 100 दा की है C और 7 दे की है VII, सो ਇਹਦਾ आंसर ਕੀ आएगा CVII।
नेक्स्ट आ गई अपनी एक्सरसाइज 3.1। फर्स्ट क्वेश्चन है राइट द रोमन सिंबल्स फॉर द फॉलोइंग। सिंबल्स मींस न्यूमरल्स मींस अल्फाबेट जो ਆਪਾਂ I X L C D करके लिखते हैं ਉਹਨੂੰ ਆਪਾਂ ਰੋਮਨ ਸਿੰਬਲਸ ਜਾਂ ਰੋਮਨ ਨੰਬਰਸ ਕਹਿ ਦਿੰਦੇ ਆ। ਹੁਣ ਫਰਸਟ ਹੈ 3। 3 ਦਾ ਅਸੀਂ ਕੀ ਲਿਖਾਂਗੇ? 3 ਦਾ ਮਤਲਬ 1 1 1 ਅਸੀਂ ਲਿਖਾਂਗੇ I I I। ਸੋ ਆਨਸਰ ਕੀ ਆਏਗਾ? 3 ਟਾਈਮ I। ਨੈਕਸਟ ਸਾਡੇ ਕੋਲ ਹੈ 11। 11 ਚ ਕੀ ਆਏਗਾ? 11 10 plus 1 ਹੁੰਦਾ ਹੈ। 10 ਕੀ ਹੈ? X, 1 ਕੀ ਹੈ? I। ਸੋ ਆਨਸਰ ਕੀ ਆਏਗਾ? X I। ਨੈਕਸਟ ਹੈ 44। मीन्स ਆਪਾਂ ਕੀ ਲਿਖਾਂਗੇ? 40 plus 4। ਇੱਥੇ ਅਸੀਂ ਆ ਵਾਲਾ ਸਿੰਬਲ ਨਹੀਂ ਯੂਜ਼ ਕਰ ਸਕਦੇ ਕਿ 4 ਯੂਜ਼ ਕਰ ਲਿਆ ਤਾਂ 44, ਇਹ ਗਲਤ ਹੋ ਜਾਏਗਾ। ਆਪਾਂ ਕੀ ਕਰਾਂਗੇ? XL ਮਤਲਬ ਕਿ ਅਸੀਂ 50 ਵਿੱਚੋਂ 10 ਮਾਈਨਸ ਕੀਤਾ 40 ਆ ਗਿਆ। ਦੈਨ 4 ਦਾ ਸਿੰਬਲ ਸਾਨੂੰ ਪਤਾ ਹੈ, ਸੋ ਸਾਡੇ ਕੋਲ ਆਨਸਰ ਕੀ ਆਏਗਾ? XLIV। ਨੈਕਸਟ 51। 51 ਦਾ ਅਸੀਂ ਕੀ ਕਰਾਂਗੇ? 50 plus 1 50 ਦਾ ਸਾਨੂੰ ਪਤਾ ਹੈ, ਸਿੰਬਲ ਕੀ ਹੈ? L ਔਰ 1 ਦਾ I। ਸੋ ਸਾਡੇ ਕੋਲ ਆਨਸਰ ਆਏਗਾ LI। नेक्स्ट ਸਾਡੇ ਕੋਲ ਹੈ सेकंड राइट द हिंदू अरेबिक न्यूमरल्स फॉर द फॉलोइंग। ਪਹਿਲੇ ਆਪਾਂ ਕੀ ਕੀਤਾ ਸੀ? ਹਿੰਦੂ ਅਰੇਬਿਕ ਨੰਬਰ ਦਿੱਤੇ ਸੀ, ਰੋਮਨ ਨੰਬਰਸ ਲਿਖਿਆ ਸੀ। ਹੁਣ ਰੋਮਨ ਨੰਬਰਸ ਦਿੱਤੇ ਅਸੀਂ ਹਿੰਦੂ ਅਰੇਬਿਕ ਚ ਲਿਖਣਾ ਹੈ। ਫਰਸਟ ਕੀ ਹੈ? XLI। X ਸਾਨੂੰ ਪਤਾ ਕੀ ਹੈ? 10। L ਕੀ ਹੈ? 50। XL ਦੇ ਪਿੱਛੇ मतलब कि 50 माइनस 10 होएगा और 1 है ਇਹਦਾ मतलब कि ਕੀ ਆਏਗਾ ਸਾਡੇ ਕੋਲ? 40 plus 1 41। नेक्स्ट C 5 ਦਾ मतलब ਕੀ ਹੈ? 100। सो ਇਹਦਾ ਬਣ ਗਿਆ 100 plus 100 plus 100 plus 5 305 is the answer। next XIV। X ਪਤਾ ਸਾਨੂੰ ਕੀ ਹੈ? 10। IV 4। so ਸਾਡੇ ਕੋਲ ਕੀ ਆਏਗਾ? 14 is the answer। next LVI। L 50 V5 I 1। so आंसर की आएगा 56। नेक्स्ट साडे कोल है XC। C की है 100। X 10 मतलब आंसर की आएगा साडे कोल 90। नेक्स्ट साडे कोल है MC। M 1000 C की है 100। so आंसर की आएगा 2100। थर्ड क्वेश्चन है which of the following numerals are meaningless। इन्ना विचों केड़े नंबर्स है जो लिखे हुए हो मीनिंगलेस है। मीनिंगलेस अगर ਅਸੀਂ ਪਤਾ ਕਰਨੇ ਕੋਈ ਨੰਬਰ मीनिंगलेस है ਜਾਂ ਨਹੀਂ ਹੈ, ਸਾਨੂੰ ਪਹਿਲੇ ਉਸ ਨੰਬਰ ਸਿਸਟਮ ਦੇ ਰੂਲ ਕੀ ਹੈ। ਜੋ ਰੋਮਨ ਨੰਬਰ ਸਿਸਟਮ ਹੈ ਉਹਦੇ ਚ ਆਪਾਂ ਰੂਲ ਸਾਰੇ ਪੜ੍ਹ ਲਏ। ਪਹਿਲਾ ਰੂਲ ਆਪਾਂ ਕੀ ਪੜਿਆ ਸੀਗਾ ਕਿ ਜੋ ਵੀ ਨੰਬਰ ਰਿਪੀਟ ਹੋਏਗਾ ਉਹ ਕੀ ਹੋਏਗਾ? 3 टाइम रिपीट होएगा, सिर्फ 3 टाइम रिपीटिशन। ਉਹ ਵੀ ਕਿਹੜੇ ਨੰਬਰ ਦੀ ਹੋਏਗੀ? ਉਹ ਹੋਏਗੀ I ਦੀ, X ਦੀ, C ਦੀ ਐਂਡ M। ਇਹ ਰਿਪੀਟ ਕਿੰਨੇ ਟਾਈਮ ਹੋਣਗੇ? 3 टाइम ਅਪ ਟੂ 3 टाइम मतलब सिर्फ 3 टाइम तक ही रिपीट कर सकते हो। ਉਸ ਤੋਂ ਬਾਅਦ ਜਿਹੜੇ ਆ V L ਐਂਡ D ਜੋ ਹੈ ਇਹ ਰਿਪੀਟ ਨਹੀਂ ਹੋਣਗੇ, ਇਹਨਾਂ ਦੀ ਰਿਪੀਟੀਸ਼ਨ ਨਹੀਂ ਹੋ ਸਕਦੀ। ਉਸ ਤੋਂ ਬਾਅਦ ਹੁਣ ਇਹਦੇ ਮੁਤਾਬਿਕ ਅਗਰ ਦੇਖਿਆ ਜਾਵੇ VLD ਦੀ ਰਿਪੀਟੀਸ਼ਨ ਨਹੀਂ ਹੋ ਸਕਦੀ, मतलब ਕਿ ਇਹ ਜੋ ਨੰਬਰ ਹੈ ਇਹ ਕੀ ਹੈ? ਇਹ मीनिंगलेस। ਉਸ ਤੋਂ ਬਾਅਦ ਦੂਸਰਾ ਰੂਲ ਕੀ ਸੀਗਾ? ਆਪਾਂ ਇੱਕ ਹੋਰ ਰੂਲ ਪੜਿਆ ਸੀਗਾ ਕਿ ਕਦੇ ਵੀ ਜੋ ਸਬਟ੍ਰੈਕਸ਼ਨ ਹੋਏਗੀ 10 ਦੀ ਪਾਵਰ ਚ ਹੋਏਗੀ। ਹੁਣ ਇੱਥੇ ਕੀ ਹੈ? X ਦੀ ਵੈਲਿਊ ਹੈ 10, M ਦੀ ਵੈਲਿਊ ਹੈ 1000 ਦੇ ਵਿੱਚੋਂ ਹਮੇਸ਼ਾ 100 ਮਾਈਨਸ ਹੋਏਗਾ, 10 ਮਾਈਨਸ ਨਹੀਂ ਹੋ ਸਕਦਾ। ਇਸ ਕਰਕੇ ਇਹ ਵੀ ਕੀ ਹੈ? ਇਹ ਵੀ मीनिंगलेस ਹੈ। ਉਸ ਤੋਂ ਬਾਅਦ ਇੱਥੇ ਦੇਖੋ IX ਇਹ ਬਣ ਗਿਆ 9 ਔਰ IV ਇਹ ਬਣ ਗਿਆ 4। 9 plus 4 ਕਿੰਨੇ ਹੁੰਦੇ ਆ? 13। पर 13 ਲਈ ਤੇ ਸਾਡੇ ਕੋਲ ਬੜਾ ਸੌਖਾ ਸਿੰਬਲ ਹੈ X 1 2 3 X ਤੇ 3 I's। ਇਹ ਹੋ ਗਿਆ ਸਾਡੇ ਕੋਲ 13। ਇਸ ਕਰਕੇ ਇਹ ਨੰਬਰ ਕੀ ਹੈ? ਇਹ ਵੀ मीनिंगलेस ਨੰਬਰ ਹੈ। ਉਸ ਤੋਂ ਬਾਅਦ C ਦੀ 4 ਵਾਰ ਰਿਪੀਟੀਸ਼ਨ ਹੋ ਰਹੀ ਹੈ। C ਅਸੀਂ ਪੜ ਲਿਆ कि 3 टाइम अप टू 3 टाइम तक रिपीटिशन हो सकती है, पर ये तो कितनी टाइम हो रही है? 4 टाइम। तो ए भी की है? मीनिंगलेस है। मतलब हजे तक आप A B C एंड D देख ले, ए की है? मीनिंगलेस है। उस तो बाद आ जाओ D C C। D दी वैल्यू सानू पता है 500, C दी 100 फिर 100 मतलब 500 600 एंड 700। ए 700 हो गया, ए बिल्कुल सही है। देन C C V 100 105 मतलब 205 ਇਹ ਵੀ ਬਿਲਕੁਲ ਸਹੀ ਹੈ। मतलब ਕਿ ਇਹ ਵੀ मीनिंगफुल ਹੈ, ਇਹਨੂੰ ਆਪਾਂ मीनिंगलेस नहीं कह सकते। नेक्स्ट ਸਾਡੇ ਕੋਲ ਆ ਗਿਆ CDXL। CDXL अगर देख CD ਦੀ वैल्यू C एंड D 500 ਇਹ 100 माइनस ਕੀਤਾ ਇਹ बन गया 400। XL मतलब 50 एंड 10 पीछे छोटा नंबर है मतलब माइनस होना है। 50 माइनस 10 कितना हो गया? 40। सो साडे कोल नंबर की आया 440 मतलब ये भी सही है। फिर आ गया साडे कोल IC C दे विचों I माइनस नहीं होना है, 99 इस तरह नहीं बनेगा। इस करके
ਇਹ ਕੀ ਹੈ, ਇਹ ਵੀ मीनिंगलेस है। नेक्स्ट एक्स डी की है, ਇਹ ਵੀ मीनिंगलेस है। डी ਦੇ ਵਿੱਚੋਂ c ਮਾਈਨਸ ਹੋ ਸਕਦਾ ਹੈ ਬਟ x ਮਾਈਨਸ ਨਹੀਂ ਹੋ ਸਕਦਾ। x ਸਿਰਫ l ਤੇ c ਵਿੱਚੋਂ ਹੀ ਮਾਈਨਸ ਹੋਏਗਾ, ਇਸ ਕਰਕੇ ਇਹ ਵੀ ਕੀ ਹੈ, मीनिंगलेस है। नेक्स्ट है m x x v i i। ਹੁਣ m ਕੀ ਹੈ 1000, x ਕੀ ਹੈ 10 10 और ਕੀ ਹੈ, ਇਹ ਬਣ ਗਿਆ 7, मतलब 1000 इधर 27 1027। ਇਹ ਬਿਲਕੁਲ ਸਹੀ ਹੈ, मतलब कि जो साडे मीनिंगलेस है वो की है A B C D H and I। ये तुसी आंसर लिख सकते हो। फोर्थ है मैच द फॉलोइंग हिंदू अरेबिक न्यूमरल्स टू द रोमन न्यूमरल्स। हुण देखो ਅਸੀਂ ਕੀ ਕਰਨਾ, ਇਧਰਲੀ ਸਾਈਡ ਸਾਨੂੰ ਹਿੰਦੂ ਅਰੇਬਿਕ ਨੰਬਰਸ ਦਿੱਤੇ, ਇਧਰ ਰੋਮਨ ਨੰਬਰਸ ਦਿੱਤੇ, ਅਲਫਾਬੈਟ ਦਿੱਤੇ ਜਾਂ ਸਿੰਬਲ ਦਿੱਤੇ, ਕੁਝ ਵੀ ਕਹਿ ਸਕਦੇ। ਹੁਣ ਇਹ ਹੈਗਾ 31, ਸਾਨੂੰ ਪਤਾ ਹੈ 30 ਲਿਖਣਾ ਹੋਵੇ ਤਾਂ ਕੀ ਲਿਖੀਦਾ ਆਪਾਂ, ट्रिपल x एंड I। ਸੋ ਸਾਡਾ ਪਹਿਲਾ ਮੈਚ ਹੋ ਗਿਆ। 10 ਹੈ ਸਾਡੇ ਕੋਲ 440। 400 ਲਿਖਣ ਵਾਸਤੇ ਅਸੀਂ ਕੀ ਕਰਦੇ ਹਾਂ, C D, मतलब D ਵਿੱਚੋਂ C ਮਾਈਨਸ ਹੋਣਾ ਹੈ, 500 ਵਿੱਚੋਂ 100 ਮਾਈਨਸ ਹੋਣਾ। ਉਹ ਕਿੱਥੇ ਮੈਚ ਕਰ ਰਿਹਾ ਹੈ, ਉਹ ਮੈਚ ਕਰ ਰਿਹਾ ਇੱਥੇ। मतलब ਤੁਸੀਂ ਸਾਰਾ ਨੰਬਰ ਲਿਖਣ ਦੀ ਜਗ੍ਹਾ ਨਾ ਫਟਾਫਟ ਛੋਟੇ ਛੋਟੇ ਕਲੂ ਲੈ ਕੇ ਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਪੇਪਰ 'ਚ ਇੰਨਾ ਟਾਈਮ ਨਹੀਂ ਹੁੰਦਾ ਹੈ। ਨੈਕਸਟ ਆ ਗਿਆ ਸਾਡੇ ਕੋਲ 94। ਅਗਰ ਮੈਂ 90 ਲਿਖਣਾ ਹੈ मतलब ਕਿ ਮੈਨੂੰ C ਵਿੱਚੋਂ x ਮਾਈਨਸ ਕਰਨਾ ਪਏਗਾ, मतलब xc ਹੋਣਾ ਚਾਹੀਦਾ ਹੈ। 94 ਕਿੱਥੇ ਆ ਰਿਹਾ ਫਿਰ, xc4 है ना। नेक्स्ट आ रहा है 305। 300 मतलब के 3 टाइम C होना चाहिए, सो मेरे को थे 3 टाइम C एंड V। नेक्स्ट 56 मतलब के 50 की है L, और L कितनी है सब तो ऊपर, तो पहले है L then 6, ये हो गया मेरे को 56। then 272। 200 मतलब के डबल C आना चाहिए जो कितने आ रहा है, तो मेरा F हो गया थर्ड नाम है। छोटे छोटे क्लू लेके फटाफट मैच करने की कोशिश करनी है पेपर च। अगर तुसी चाहते कि नहीं मैनू डिटेल च पहले ये नंबर किद्दां आए आ, ये नंबर किद्दां बने आ, इदा करके समझाना है तद भी तुसी मैनू दस दियो, मैं इस तरह भी समझा दांगी। नेक्स्ट 5th नंबर ते है राइट द हिंदू अरेबिक न्यूमरल्स फॉर द फॉलोइंग। हुण सानू इत्थे रोमन नंबर्स या सिंबल्स दिते हुए आ, असी तो हिंदू अरेबिक नंबर बनाने हैं। सो फर्स्ट है साडे को MCDXCV। सानू ये पता है कि इत्थे एक सबट्रैक्शन हो रही है, CD मतलब 500 विचों 100 माइनस हो रही है, इत्थे भी की हो रही है, एक सबट्रैक्शन हो रही है, C विचों X मतलब के 100 विचों 10 माइनस हो रहा है। ਅਸੀਂ ਕੀ ਕਰਾਂਗੇ, ਇਹਨਾਂ ਨੂੰ ਕਨਵਰਟ ਕਰਾਂਗੇ। ਦੇਖੋ MCD ਇਕੱਠੇ ਆ ਗਏ, XC ਇਕੱਠੇ ਆ ਗਏ, then V। ਸਾਨੂੰ ਇਹ ਵੈਲਿਊ ਇੱਥੇ ਪਤਾ ਰੱਖਣੀ ਪਏਗੀ। ਸੋ ਸਾਡੇ ਕੋਲ ਆ ਗਿਆ ਹੈ 1495। ਨੈਕਸਟ ਕੀ ਹੈ ਸਾਡੇ ਕੋਲ, ਨੈਕਸਟ ਸਾਡੇ ਕੋਲ ਦੇਖੋ MDCC, ਫਿਰ XXX ਤੇ IX। जो लास्ट IX है वो की है 9 है। हर अल्फाबेट दी वैल्यू की है, देखो M दी 1000, D दी 500, C दी 100, X दी 10 है और 9 है। सो इतनी असी दी वैल्यू फिल करांगे, साडे कोल आंसर की आएगा 1739। नेक्स्ट अपने कोल C एंड D है, ये दोनों हुण तुसी मेनू करके दिखाओगे, ठीक है। ये करके मेनू भेजोगे ना, गुड। ਇਹ ਚ ਤੁਹਾਨੂੰ ਪਤਾ ਚੱਲ ਜਾਣਾ m ਦੀ ਵੈਲਿਊ ਪਤਾ ਹੈ। ਹੁਣ c and m ਇੱਥੇ ਇਕੱਠੇ ਹੋ ਗਏ ਆ, ਇਹਦਾ ਮਤਲਬ ਕਿ ਇਹ ਕੀ ਹੋਏਗਾ 1000 minus 100 900 ਹੋ ਜਾਏਗਾ। then l x x x, ਉਸ ਤੋਂ ਬਾਅਦ ਕੀ ਇੱਥੇ ਦੇਖੋ m D C L X X X ਅੱਗੇ V I। ਇਹ ਵੀ ਬਹੁਤ ਈਜ਼ੀ ਹੈ, ਇਸ ਕਰਕੇ ਮੈਂ ਤੁਹਾਡੇ ਲਈ ਛੱਡ ਰਹੀ ਹਾਂ। ਸੋ ਤੁਸੀਂ ਇਹ ਦੋਨੋਂ ਮੈਨੂੰ ਆਨਸਰ ਦੇਣੇ ਹੈ। नेक्स्ट ਸਾਡੇ ਕੋਲ है 6 नंबर ਤੇ राइट द रोमन न्यूमरल्स M D L V X I C appears in descending orders। descending orders से लिखना है, मतलब कि घटदे होए क्रम ਦੇ ਵਿੱਚ। ਇਹਦੇ ਲਈ ਕੀ ਹੈ, ਸਾਨੂੰ ਪਹਿਲੇ ਇਹਨਾਂ ਸਾਰਿਆਂ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ। ਹੁਣ ਸਾਨੂੰ ਇਹ ਪਤਾ ਹੈ ਕਿ M ਦੀ ਵੈਲਿਊ ਕੀ ਹੈ 1000, D ਦੀ ਵੈਲਿਊ ਕੀ ਹੈ 500, L ਦੀ ਵੈਲਿਊ ਕੀ ਹੈ 50, V ਦੀ ਵੈਲਿਊ ਕੀ ਹੈ 5, X ਦੀ ਵੈਲਿਊ ਕੀ ਹੈ 10, I ਦੀ ਵੈਲਿਊ ਹੈ 1, C ਦੀ ਵੈਲਿਊ ਹੈ 100। ਇਹ ਇਸੇ ਤਰੀਕੇ ਨਾਲ ਇੱਥੇ ਵੈਲਿਊ ਲਿਖ ਦਿੱਤੀ ਹੈ। ਹੁਣ ਇਹਦੇ ਤੋਂ ਸਾਨੂੰ ਪਤਾ ਲੱਗਿਆ ਸਭ ਤੋਂ ਵੱਡਾ ਕੀ ਹੈ M, ਉਸ ਤੋਂ ਬਾਅਦ ਕੀ ਆਏਗਾ D, ਉਸ ਤੋਂ ਬਾਅਦ ਆਏਗਾ C, ਉਸ ਤੋਂ ਬਾਅਦ ਆਏਗਾ L, ਫਿਰ ਆਏਗਾ ਸਾਡੇ ਕੋਲ X, then V, then I। ਅਸੀਂ ਇਸ ਤਰ੍ਹਾਂ ਲਿਖ ਦਾਂਗੇ, मतलब M 1000, D 500, C 100, L 50, X
10 V 5 I 1 ਅਸੀਂ ਕੀ ਕੀਤਾ ਡਿਕਰੀਜ਼ਿੰਗ ਆਰਡਰ ਚ ਲਿਖਤਾ ਔਰ ਅਗਰ ਅਸੈਂਡਿੰਗ ਆਰਡਰ ਚ ਲਿਖਣਾ ਹੁੰਦਾ ਤੇ ਪਹਿਲੇ ਅਸੀਂ ਕੀ ਕਰਦੇ ਪਹਿਲੇ ਲਿਖਦੇ I ਫਿਰ ਲਿਖਦੇ V ਫਿਰ ਲਿਖਦੇ X ਫਿਰ ਲਿਖਦੇ L ਫਿਰ C ਫਿਰ D ਫਿਰ M ਸੋ ਅਸੀਂ ਹੁਣ ਕੀ ਕੀਤਾ ਇਹਨੂੰ ਡਿਸੈਂਡਿੰਗ ਆਰਡਰ ਚ ਲਿਖਤਾ ਹੈ ਅਸੈਂਡਿੰਗ ਆਰਡਰ ਚ ਅਸੀਂ ਇਹਦਾ ਉਲਟਾ ਲਿਖ ਦੇਣਾ ਸੀ ਨੈਕਸਟ ਸਾਡੇ ਕੋਲ ਹੈ ਟੈਸਟ ਯੂਅਰ ਸਕਿੱਲ ਜੋ ਕਿ ਅਸੀਂ ਕਰਾਂਗੇ ਨੈਕਸਟ ਕਲਾਸ ਚ ਫਿਰ ਆਪਾਂ ਮਿਲਦੇ ਹਾਂ ਨੈਕਸਟ ਕਲਾਸ ਚ ਟਿਲ ਦੈਨ ਥੈਂਕ ਯੂ ਫॉर ਵਾਚਿੰਗ ਲਾਈਕ ਐਂਡ ਸਬਸਕ੍ਰਾਈਬ ਬਾਏ ਬਾਏ